ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ। ਲੋ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਅਸਲੀ ਓੰਕਾਰ ਸਰੂਪ ਵਾਹਿਗੁਰੂ ਹੈ, ਓੰਕਾਰ ਨਾਮ, ਇਹਨੂੰ ਸਤਨਾਮ ਲਿਖਿਆ ਗੁਰਬਾਣੀ ਵਿੱਚ। ਜਿੱਥੇ ਉਸ ਹੰਸਰਨਾਮਾ ਆਇਆ ਹੈ ਉਹਦੇ ਵਿੱਚ ਹਜ਼ੂਰ ਦੇ ਬਚਨ ਨੇ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਉਹ ਸਤਨਾਮ ਓੰਕਾਰ ਨਾਮ ਦਾ ਹੀ ਲਿਖਾਇਕ ਹੈ। ਤੇ ਮੂਲ ਮੰਤਰ ਵਿੱਚ ਵੀ ਇੱਕ ਓੰਕਾਰ ਸਤਨਾਮ, ਇੱਕ ਓੰਕਾਰ ਹੀ ਸੱਚਾ ਨਾਮ ਮੰਨਿਆ। ਇਸ ਲਈ ਭਗਤ ਜੀ ਕਹਿੰਦੇ ਨੇ ਓੰਕਾਰ ਲਖੈ ਜੋ ਕੋਈ, ਓੰਕਾਰ ਹੀ ਸੱਚਾ ਨਾਮ ਹੈ। ਤੇ ਜਿਹੜਾ ਬਈ ਕੋਈ ਉਸ ਨੂੰ ਜਾਣ ਲੈਂਦਾ ਹੈ ਸੋਈ ਲੱਖ, ਉਸ ਨੂੰ ਜਾਣ ਕੇ ਮੇਟਣਾ ਨਾ ਹੋਈ, ਫਿਰ ਉਹ ਕਦੀ ਮਿਟ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਜਿਹੜਾ ਓੰਕਾਰ ਦੇ ਸਹੀ ਅਰਥ ਨੂੰ ਤੇ ਓੰਕਾਰ ਦੇ ਯਥਾਰਥ ਰੂਪ ਨੂੰ ਸਮਝ ਲੈਂਦਾ ਹੈ ਤੇ ਫਿਰ ਉਹ ਆਪ ਵੀ ਮਿਟਣ ਤੋਂ ਰਹਿਤ ਹੋ ਜਾਂਦਾ ਹੈ, ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਕੱਕਾ ਕਿਰਣ ਕਮਲ ਮੈਂ ਪਾਵਾ, ਸਸ ਬਿਗਾ ਸੰਪਟ ਨਹੀਂ ਆਵਾ। ਲੋ ਹੁਣ ਅੱਗੇ ਭਗਤ ਕਬੀਰ ਜੀ, ਪਹਿਲਾਂ ਓੰਕਾਰ ਲਿਖਿਆ ਜਾਂਦਾ ਹੈ ਤੇ ਫਿਰ ਅੱਗੇ ਜਿਹੜੇ ਕੱਕਾ ਖੱਖਾ ਗੱਗਾ ਕੱਗਾ ਇਉਂ ਇਹ ਅੱਗੇ ਵਰਣਮਾਲਾ ਸ਼ੁਰੂ ਹੁੰਦੀ ਹੈ। ਪਹਿਲਾਂ 5 ਪੌੜੀਆਂ ਦੇ ਵਿੱਚ ਤਾਂ ਭਗਤ ਕਬੀਰ ਜੀ ਨੇ ਸਮਝ ਲਓ ਜਿਹੜਾ ਆਪਣਾ ਉਥਾਨਕਾ ਕਹਿ ਦਿਓ ਭੂਮਿਕਾ ਹੀ ਬੰਨੀ ਹੈ, ਜਿਹਦੇ ਵਿੱਚ ਵਾਹਿਗੁਰੂ ਦਾ ਜਸ ਤੇ ਅੱਖਰਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਤੇ ਉਸ ਤੋਂ ਬਾਅਦ ਓੰਕਾਰ ਦਾ ਵਿਸ਼ਲੇਸ਼ਣ ਕੀਤਾ। ਤੇ ਹੁਣ ਅੱਗੇ ਜਿਹੜੇ ਕੱਕਾ ਅੱਗੇ ਪਹਿਲਾ ਵਿਅੰਜਨ ਅੱਖਰ ਹੈ, ਉੱਥੋਂ ਅੱਗੇ ਤਰਤੀਬ ਦੇ ਨਾਲ ਉਪਦੇਸ਼ ਆਰੰਭ ਕਰ ਰਹੇ ਹਨ। ਕੱਕਾ ਕਿਰਨ ਕਮਲ ਮੈਂ ਪਾਵਾ, ਕੱਕਾ ਇਹ ਉਪਦੇਸ਼ ਦੇ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਸੂਰਜਾਂ ਦਾ ਸੂਰਜ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਤੇ ਜਦੋਂ ਉਸ ਨੇ, ਕਮਲ ਦਾ ਅਰਥ ਹੈ ਹਿਰਦਾ, ਇਸ ਮਨੁੱਖ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਨ, ਆਪਣੀ ਜੋਤ, ਆਪਣੇ ਗਿਆਨ ਨੂੰ ਪਾਵਾ ਪ੍ਰਵੇਸ਼ ਕੀਤਾ ਤੇ ਮਨੁੱਖ ਦਾ ਹਿਰਦਾ ਕਮਲ, ਕਮਲ ਦੇ ਫੁੱਲ ਵਾਂਗੂ ਖਿੜ ਗਿਆ। ਸਸ ਵਿਗਾਸ ਸੰਪਟ ਨਹੀਂ ਆਵਾ। ਲੋ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਇੱਕ ਵਾਰੀ ਸੂਰਜ ਦੀਆਂ ਕਿਰਨਾਂ ਪੈ ਕੇ, ਭਾਵ ਗਿਆਨ ਦੇ ਸੂਰਜ ਦੀਆਂ ਕਿਰਨਾਂ ਪੈ ਕੇ ਹਿਰਦਾ ਕਮਲ ਖਿੜ ਜਾਂਦਾ ਹੈ, ਸਸ ਵਿਗਾਸ, ਫਿਰ ਚੰਦਰਮਾ ਦੇ ਚੜ੍ਹਨ ਤੋਂ ਸੰਪਟ ਨਹੀਂ ਆਵਾ, ਉਹ ਕਦੀ ਬੰਦ ਵੀ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਆਮ ਜਿਹੜਾ ਕਮਲ ਦਾ ਫੁੱਲ ਹੈ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਉਸ ਵੇਲੇ ਉਹ ਖਿੜਦਾ ਤੇ ਜਦੋਂ ਰਾਤ ਨੂੰ ਚੰਦਰਮਾ ਚੜ੍ਹਦਾ ਹੈ ਉਸ ਵੇਲੇ ਉਹ ਬੰਦ ਹੋ ਜਾਂਦਾ। ਪਰ ਭਗਤ ਜੀ ਕਹਿੰਦੇ ਨੇ ਜਿਸ ਹਿਰਦੇ ਰੂਪੀ ਕਮਲ ਤੇ ਗੁਰੂ ਦੇ ਗਿਆਨ ਦੀਆਂ ਕਿਰਨਾਂ ਪੈ ਜਾਂਦੀਆਂ ਨੇ ਤੇ ਫਿਰ ਚਾਹੇ ਚੰਦਰਮਾ ਵੀ ਚੜ੍ਹ ਜਾਵੇ। ਚੰਦਰਮਾ ਕੀ ਹੈ? ਮਾਇਆ ਦਾ ਮੋਹ। ਇਹ ਮਾਇਆ ਦਾ ਮੋਹ ਵੀ ਚਾਹੇ ਚੜ੍ਹ ਜਾਵੇ ਪਰ ਉਹਨਾਂ ਗੁਰਮੁਖਾਂ ਦਾ ਹਿਰਦਾ ਰੂਪੀ ਕਮਲ ਸੰਪਟ ਨਹੀਂ ਆਵਾ, ਉਹ ਬੰਦ ਹੋਣ ਵਿੱਚ ਨਹੀਂ ਆਉਂਦਾ। ਭਾਵ ਇੱਕ ਵਾਰੀ ਜਿਸ ਨੂੰ ਗੁਰੂ ਦੇ ਗਿਆਨ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਪਰਿਵਾਰ ਵਿੱਚ ਰਹਿੰਦਾ ਹੋਇਆ ਤੇ ਫਿਰ ਵੀ ਕਮਲ ਦੇ ਫੁੱਲ ਵਾਂਗੂ ਖਿੜਿਆ ਹੀ ਰਹਿੰਦਾ। ਇਹ ਉਹਦੇ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ। ਜਿਵੇਂ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖਿਆ ਸੀ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਉਦੂ ਨਾਨਕ ਦੇਹੁ ਸੱਚਾ ਵਿਚਾਰੋ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਬਾਹਰਲਾ ਕਮਲ ਦਾ ਫੁੱਲ ਚੰਦਰਮਾ ਚੜ੍ਹੇ ਤੋਂ ਬੰਦ ਹੋ ਜਾਂਦਾ ਹੈ, ਪਰ ਭਗਤ ਜੀ ਕਹਿੰਦੇ ਨੇ ਜਿਹਦਾ ਹਿਰਦਾ ਰੂਪੀ ਕਮਲ ਇੱਕ ਵਾਰੀ ਗੁਰੂ ਦੇ ਗਿਆਨ ਦੀਆਂ ਕਿਰਨਾਂ ਨਾਲ ਖਿੜ ਪਵੇ ਫਿਰ ਮਾਇਆ ਦੇ ਮੋਹ ਦਾ ਚੰਦਰਮਾ ਵੀ ਭਾਵੇਂ ਚੜ੍ਹ ਜਾਵੇ ਪਰ ਉਹ ਬੰਦ ਨਹੀਂ ਹੁੰਦਾ। ਅਰਜੇ ਤਹਾਂ ਕੁਸਮ ਰਸ ਪਾਵਾ, ਅਕਹਿ ਕਹਾ ਕਹਿ ਕਾ ਸਮਝਾਵਾ। ਲੋ ਭਗਤ ਜੀ ਕਹਿੰਦੇ ਨੇ ਅਰਜੇ ਤਹਾਂ ਕੁਸਮ ਰਸ ਪਾਵਾ, ਵੀ ਇੱਕ ਕਮਲ ਦੇ ਵਿੱਚ ਰਸ ਵੀ ਹੁੰਦਾ ਹੈ ਜਿਸ ਨੂੰ ਮਕਰੰਦ ਰਸ ਕਹਿੰਦੇ ਨੇ ਤੇ ਭੌਰਾ ਉਸ ਦਾ ਬੜਾ ਪ੍ਰੇਮੀ ਹੈ। ਭਗਤ ਜੀ ਕਹਿੰਦੇ ਨੇ ਇੱਕ ਤੁਹਾਨੂੰ ਹੋਰ ਗੱਲ ਦੱਸਦੇ ਹਾਂ, ਜਿਸ ਮਨੁੱਖ ਨੂੰ ਉਸ ਗਿਆਨ ਦੇ ਨਾਲ ਖਿੜੇ ਹੋਏ ਕਮਲ ਫੁੱਲ ਦੇ ਵਿੱਚੋਂ ਤੇ ਰਸ ਤੋਂ ਮੁਰਾਦ ਹੈ ਜਿਹਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ,
ਗਿਆਨ ਦੇ ਨਾਲ ਖਿੜੇ ਹੋਏ ਹਿਰਦੇ ਰੂਪੀ ਕਮਲ ਦੇ ਵਿੱਚੋਂ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ। ਅਕਹਿ ਕਹਾ, ਉਹਨੂੰ ਅਕਹਿ ਰਸ ਆਖਿਆ ਹੈ। ਕਹਿ ਕਾ ਸਮਝਾਵਾ, ਉਹਦੇ ਬਾਰੇ ਆਖ ਕੇ ਮੈਂ ਕਿਸ ਨੂੰ ਸਮਝਾਵਾਂ। ਭਾਵ ਜਿਸ ਨੂੰ ਉਸ ਖਿੜੇ ਹਿਰਦੇ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਹ ਰਸ ਅਕਹਿ ਆਖਿਆ ਜਾਂਦਾ ਹੈ। ਉਹਦੇ ਬਾਰੇ ਕਿਸੇ ਨੂੰ ਕਹਿ ਕੇ ਕੁਛ ਵੀ ਸਮਝਾਉਣਾ ਬਹੁਤ ਔਖੀ ਗੱਲ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਭਗਤ ਕਬੀਰ ਜੀ ਨੇ ਲਿਖਿਆ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਦੋਂ ਗੂੰਗੇ ਨੂੰ ਗੁੜ ਖਾਣ ਵਾਸਤੇ ਮਿਲ ਜਾਵੇ, ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਜਿਹਨੂੰ ਅਸਲੀ ਨਾਮ ਦਾ ਰਸ, ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਉਸ ਰਸ ਨੂੰ ਅਕਹਿ ਕਹਾ, ਅਕਹਿ ਆਖਿਆ ਜਾਂਦਾ ਹੈ, ਤੇ ਉਹਨੂੰ ਕਹਿ ਕੇ ਕਿਸੇ ਨੂੰ ਨਹੀਂ ਸਮਝਾਇਆ ਜਾ ਸਕਦਾ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦੈ ਦਿਸਤਾਵਾ। ਲੋ ਭਗਤ ਕਬੀਰ ਜੀ ਹੁਣ ਖੱਖੀ ਅੱਖਰ ਦੁਆਰਾ ਉਪਦੇਸ਼ ਦਿੰਦੇ ਨੇ ਵੀ ਖੱਖਾ ਇਹ ਸਾਨੂੰ ਉਪਦੇਸ਼ ਦੇ ਰਿਹਾ ਹੈ। ਇਹ ਜਿਹੜਾ ਮਨ ਹੈ, ਇਹ ਇੱਕ ਤੋਤੇ ਵਾਂਗੂ ਹੈ। ਜਿਵੇਂ ਤੋਤੇ ਬਿਰਛ ਦੀਆਂ ਖੁੱਡਾਂ ਦੇ ਵਿੱਚ ਲੁਕੇ ਰਹਿੰਦੇ ਨੇ, ਖੱਖਾ ਇਹ ਹੈ ਖੋੜ ਮਨ ਆਵਾ। ਖੋੜ ਕਹਿੰਦੇ ਨੇ ਵੀ ਜਿਹੜੀ ਬਿਰਛ ਦੇ ਵਿੱਚ ਖੁੱਡ ਹੁੰਦੀ ਹੈ। ਲੋ ਭਗਤ ਜੀ ਕਹਿੰਦੇ ਨੇ ਜਿਹੜਾ ਸਾਡਾ ਮਨ ਰੂਪੀ ਤੋਤਾ ਸੀ, ਵੀ ਇਹ ਹੁਣ ਇੱਕ ਖੋੜ ਦਾ ਬਿਰਛ ਦੀ ਖੁੱਡ ਦੇ ਵਿੱਚ ਆ ਕੇ ਪ੍ਰਵੇਸ਼ ਹੋ ਗਿਆ ਹੈ। ਖੋੜੇ ਛਾੜਨਾ ਦਹਿ ਦਿਸਤਾਵਾ। ਹੁਣ ਉਸ ਖੁੱਡ ਨੂੰ ਛੱਡ ਕੇ ਇਹ ਕਿਸੇ ਹੋਰ ਪਾਸੇ ਨਹੀਂ ਦੌੜਦਾ। ਜਦੋਂ ਤੋਤੇ ਨੂੰ ਕਿਸੇ ਬਿਰਛ ਦੀ ਖੁੱਡ ਮਿਲ ਜਾਵੇ, ਉਹ ਉਸ ਨੂੰ ਆਪਣੇ ਰਹਿਣ ਲਈ ਬੜਾ ਸੁਰੱਖਿਅਤ ਥਾਂ ਮੰਨਦਾ, ਕਿਉਂਕਿ ਉਸ ਖੁੱਡ ਦੇ ਵਿੱਚ ਨਾ ਤੇ ਕੋਈ ਆਦਮੀ ਜਾ ਸਕਦਾ, ਨਾ ਉਹਨੂੰ ਕੋਈ ਡਿਸਟਰਬ ਕਰ ਸਕਦਾ, ਤੇ ਫਿਰ ਉਹ ਤੋਤਾ ਛੇਤੀ ਕੀਤੇ ਖੁੱਡ ਵਿੱਚੋਂ ਬਾਹਰ ਨਹੀਂ ਨਿਕਲਦਾ। ਜੇ ਕੋਈ ਬਾਹਰੋਂ ਖਤਰਾ ਹੋਵੇ, ਉਹਦੇ ਵਿੱਚ ਆ ਕੇ ਸਗੋਂ ਲੁਕ ਜਾਂਦਾ। ਇਹ ਤੋਤੇ ਦਾ ਸੁਭਾਅ ਹੁੰਦਾ। ਲੋ ਭਗਤ ਜੀ ਕਹਿੰਦੇ ਨੇ ਖੱਖਾ ਇਹ ਹੈ ਖੋੜ ਮਨ ਆਵਾ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹ ਹੁਣ ਜਿਹੜੀ ਗੁਰੂ ਦੀ ਬਾਣੀ ਹੈ, ਇਹੀ ਮਾਨੋ ਖੁੱਡ ਹੈ। ਇਹ ਗੁਰੂ ਬਾਣੀ ਦੀ ਖੋੜ ਦੇ ਵਿੱਚ ਅਥਵਾ ਗੁਰੂ ਦੀ ਸ਼ਰਨ ਰੂਪੀ ਖੁੱਡ ਦੇ ਵਿੱਚ ਆ ਗਿਆ ਹੈ। ਹੁਣ ਉਸ ਗੁਰੂ ਦੀ ਸ਼ਰਨ ਤੇ ਗੁਰਬਾਣੀ ਦੀ ਟੇਕ ਨੂੰ ਛੱਡ ਕੇ ਇਹ ਦਸੋ ਦਿਸ਼ਾ ਵੱਲ ਨਹੀਂ ਦੌੜਦਾ। ਖਸਮਹਿ ਜਾਣ ਖਿਮਾ ਕਰ ਰਹਿ, ਤੋ ਹੋਏ ਨਿਖਿਓ ਅਖੈ ਪਦ ਲਹੈ। ਲੋ ਭਗਤ ਜੀ ਕਹਿੰਦੇ ਨੇ ਹੁਣ ਇਹ ਸਾਡਾ ਮਨ ਖਸਮਹਿ ਜਾਣ, ਬਾਣੀ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅੰਗ ਸੰਗ ਜਾਣ ਕੇ ਖਿਮਾ ਕਰ ਰਹਿ। ਇਹ ਖਿਮਾ ਆਦਿਕ ਦੇਵੀ ਗੁਣਾਂ ਨੂੰ ਧਾਰਨ ਕਰਕੇ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜੁੜਿਆ ਰਹਿੰਦਾ। ਉਸ ਵਾਹਿਗੁਰੂ ਨੂੰ ਜਾਣ ਕੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਅੰਗ ਸੰਗ ਵਸ ਰਿਹਾ ਹੈ, ਤੇ ਫਿਰ ਖਿਮਾ ਆਦਿਕ ਗੁਣਾਂ ਨੂੰ ਧਾਰਨ ਕਰਕੇ ਇਹ ਮਨ ਉਹਦੇ ਵਿੱਚ ਹੁਣ ਜੁੜਿਆ ਰਹਿੰਦਾ ਹੈ। ਤਾਂ ਹੋਏ ਨਖਿਓ ਅਖੈ ਪਦ ਲਹੈ। ਤੇ ਫਿਰ ਇਹ ਜਿਹੜਾ ਮਨ ਹੈ, ਉਸ ਖਸਮ ਨੂੰ ਜਾਣ ਕੇ ਤਾਂ ਹੋਏ ਨਖਿਓ, ਫਿਰ ਉਹ ਨਖਿਓ ਜੋ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਸਤ ਸਰੂਪ ਹੈ, ਉਹਦਾ ਰੂਪ ਹੋ ਕੇ ਅਖੈ ਪਦ ਲਹੈ। ਜਿਹੜਾ ਅਖੈ ਪਦ ਦਾ ਅਰਥ ਹੈ ਅਮਰ ਪਦ ਨੂੰ ਪ੍ਰਾਪਤ ਕਰ ਲੈਂਦਾ। ਉਸ ਪਰਮਾਤਮਾ ਵਿੱਚ ਲੀਨ ਹੋ ਕੇ ਸਾਡਾ ਮਨ ਵੀ ਹਮੇਸ਼ਾ ਲਈ ਅਖੈ ਪਦਵੀ, ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜਾ ਖਸਮੈ ਜਾਣ ਖਿਮਾ ਕਰ ਰਹਿ, ਖਿਮਾ ਕਰ ਪਾਠ ਹੈ ਨਾ, ਇਹਨੂੰ ਇਕੱਠਾ ਕੀਤਾ ਖਿਮਾ ਕਰ, ਤੇ ਉਹਦਾ ਅਰਥ ਕੀਤਾ ਹੈ ਖਿਮਾ ਦੀ ਖਾਣ। ਖਿਮਾ ਦੀ ਖਾਣ ਪਰਮਾਤਮਾ ਹੈ। ਖਸਮੈ ਜਾਣ ਖਿਮਾ ਕਰ ਰਹਿ, ਉਸ ਖਸਮ ਨੂੰ ਜਾਣ ਕੇ ਤੇ ਖਿਮਾ ਕਰ ਰਹਿ, ਉਸ ਖਿਮਾ ਦੀ ਖਾਣ ਪਰਮਾਤਮਾ ਵਿੱਚ ਜੁੜਿਆ ਰਹਿੰਦਾ। ਪਰ ਆਮ ਟਕਸਾਲ ਦੇ ਵਿੱਚ ਹੋਰ ਵਿਦਵਾਨਾਂ ਨੇ ਖਿਮਾ ਕਰ ਵੱਖ-ਵੱਖ ਹੀ ਪਾਠ ਮੰਨਿਆ ਹੈ। ਲੋ ਭਗਤ ਜੀ ਫਰਮਾਉਂਦੇ ਨੇ, ਪਾਇਓ ਖਿਮਾ ਆਦਿਕ ਗੁਣਾਂ ਨੂੰ ਧਾਰਨ ਕਰਕੇ ਤੇ ਉਸ ਪਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਹੈ, ਤੇ ਫਿਰ ਉਹ ਅਖੈ ਪਦਵੀ ਨੂੰ ਪ੍ਰਾਪਤ ਕਰਕੇ ਤੇ ਹਮੇਸ਼ਾ ਲਈ ਅਵਿਨਾਸ਼ੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਲੋ ਭਗਤ ਕਬੀਰ ਜੀ ਕਹਿੰਦੇ ਨੇ ਗੱਗਾ ਸਾਨੂੰ ਇਹ ਨਸੀਹਤ ਦੇ ਰਿਹਾ ਹੈ, ਜਿਹੜਾ ਗੁਰਸਿੱਖ ਮਾਈ ਪਾਈ ਗੁਰ ਕੇ ਬਚਨ ਪਛਾਨਾ, ਗੁਰੂ ਦੇ ਬਚਨਾਂ ਨੂੰ ਪਛਾਣ ਲੈਂਦਾ ਹੈ,
ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਇਹ ਬਾਣੀ ਗੁਰੂ ਦੇ ਬਚਨ ਨੇ। ਜਿਹੜਾ ਇਹ ਗੁਰੂ ਦੇ ਬਚਨਾਂ ਦੇ ਤੱਤ ਸਾਰ ਨੂੰ ਪਛਾਣ ਲੈਂਦਾ ਹੈ, ਜਿਸ ਨੂੰ ਗੁਰੂ ਦੇ ਬਚਨਾਂ ਦੇ ਸਿਧਾਂਤ ਦਾ ਪਤਾ ਲੱਗ ਜਾਂਦਾ ਹੈ, ਦੂਜੀ ਬਾਤ ਨਾ ਤਰਈ ਕੰਨਾ, ਫਿਰ ਉਹ ਆਪਣੇ ਕੰਨਾਂ ਦੇ ਵਿੱਚ ਹੋਰ ਦੂਜੀ ਗੱਲ ਨਹੀਂ ਕੋਈ ਧਾਰਨ ਕਰਦਾ। ਭਾਵ ਜਿਸ ਗੁਰਸਿੱਖ ਮਾਈ ਭਾਈ ਨੂੰ ਇਹ ਗੁਰਬਾਣੀ ਦਾ ਬੋਧ ਹੋ ਜਾਂਦਾ ਹੈ, ਗੁਰਬਾਣੀ ਦਾ ਰਸ ਤੇ ਰਹੱਸ ਪ੍ਰਾਪਤ ਹੋ ਜਾਂਦਾ ਹੈ, ਉਹ ਜਿਹੜੀਆਂ ਹੋਰ ਦੂਸਰੀਆਂ ਦੁਨਿਆਵੀ ਗੱਲਾਂ ਬਾਤਾਂ ਨੇ, ਜਾਂ ਹੋਰ ਜਿਹੜੀਆਂ ਓਲ ਜਲੂਲ ਗੱਲਾਂ ਨੇ, ਜਾਂ ਹੋਰ ਜਿਹੜੀ ਕੋਈ ਕੱਚੀ ਬਾਣੀ ਪੜ੍ਹਦੇ ਨੇ, ਉਹ ਹੋਰ ਦੂਜੀਆਂ ਗੱਲਾਂ ਨੂੰ ਕੰਨਾਂ ਵਿੱਚ ਬਿਲਕੁਲ ਧਾਰਨ ਨਹੀਂ ਕਰਦਾ। ਰਹਿ ਬਿਹੰਗਮ ਕਥੈ ਨ ਜਾਈ, ਅਗੈ ਗਹੇ ਗਹੇ ਗਗਨ ਰਹਾਈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਰਹਿ ਬਿਹੰਗਮ, ਫਿਰ ਉਹ ਗੁਰੂ ਦਾ ਸਿੱਖ ਬਿਹੰਗਮ ਹੋ ਕੇ ਰਹਿੰਦਾ ਹੈ। ਬਿਹੰਗਮ ਕਹਿੰਦੇ ਨੇ ਪੰਛੀ ਨੂੰ। ਜਿਵੇਂ ਪੰਛੀ ਦਾ ਸੁਭਾਅ ਹੁੰਦਾ ਹੈ, ਪਰੰਦੇ ਨਾ ਗ੍ਰਾਹ ਜ਼ਰ, ਨਾ ਉਹਨੂੰ ਘਰ ਦੀ ਕੋਈ ਤਮੰਨਾ ਹੁੰਦੀ ਹੈ ਤੇ ਨਾ ਹੀ ਮਾਇਆ ਦੀ ਇੱਛਾ ਹੁੰਦੀ ਹੈ। ਤੇ ਪੁਰਾਣੇ ਸਮੇਂ ਦੇ ਵਿੱਚ ਕਈ ਐਸੇ ਗੁਰਮੁਖ ਪਿਆਰੇ ਮਹਾਂਪੁਰਖ ਨਿਹੰਗ ਸਿੰਘ ਹੁੰਦੇ ਸਨ ਤੇ ਜਿਹੜੇ ਆਪਣੇ ਆਪ ਨੂੰ ਬਿਹੰਗਮ ਸਮਝਦੇ ਸਨ। ਬਿਰਛਾਂ ਹੇਠੀ ਰਾਤਾਂ ਕੱਟ ਲੈਣੀਆਂ, ਨਾ ਕੋਈ ਘਰ ਦੀ, ਨਾ ਖਾਣ ਦੀ, ਨਾ ਪਹਿਨਣ ਦੀ ਕੋਈ ਇੱਛਾ ਹੁੰਦੀ ਸੀ। ਇਹ ਪੁਰਾਤਨ ਸਿੱਖਾਂ ਦਾ ਜੀਵਨ ਸੀ, ਰਹਿ ਬਿਹੰਗਮ। ਉਹ ਪੰਛੀਆਂ ਵਾਂਗੂ ਬਿਰਛਾਂ ਦੇ ਆਸਰੀ ਰਾਤਾਂ ਕੱਟਦੇ ਸਨ। ਕਤਹਿ ਨਾ ਜਾਈ, ਤੇ ਉਹ ਹੋਰ ਕਿਸੇ ਪਾਸੇ ਨਹੀਂ ਸੀ ਜਾਂਦੇ। ਭਾਵ ਗੁਰੂ ਦਾ ਲੜ ਛੱਡ ਕੇ, ਗੁਰੂ ਦੀ ਬਾਣੀ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੇ ਸਨ। ਅਗਹਿ ਗਹਿ ਗਹਿ ਗਗਨ ਰਹਾਈ। ਜਿਹੜਾ ਅਗਹਿ ਦਾ ਅਰਥ ਹੈ ਪਕੜ ਤੋਂ ਰਹਿਤ ਸਾਡਾ ਮਨ ਹੈ। ਇਹ ਮਨ ਇੰਨਾ ਚੰਚਲ ਹੈ, ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਮਨ ਹਵਾ ਨਾਲੋਂ ਵੀ ਤੇਜ਼ ਹੈ, ਹਵਾ ਨਾਲੋਂ ਵੀ ਚੰਚਲ ਹੈ, ਇਹ ਫੜਿਆ ਨਹੀਂ ਜਾਂਦਾ। ਤੁਸੀਂ ਆਪਣੇ ਮਨ ਵੱਲ ਕਿਤੇ ਝਾਤ ਮਾਰ ਕੇ ਦੇਖੋ, ਇੱਥੇ ਬੈਠਿਆਂ ਬੈਠਿਆਂ ਪਤਾ ਨਹੀਂ ਕਿੱਧਰ ਕਿੱਧਰ ਉਡਾਰੀਆਂ ਮਾਰੇ ਆਉਂਦੇ। ਇਸ ਨੂੰ ਫੜਨਾ ਬਹੁਤ ਔਖਾ ਹੈ। ਪਰ ਭਗਤ ਜੀ ਕਹਿੰਦੇ ਨੇ, ਇਹ ਜਿਹੜਾ ਗੁਰਸਿੱਖ ਹੈ ਅਗਹਿ ਗਹਿ, ਉਹ ਜਿਹੜਾ ਨਾ ਪਕੜਿਆ ਜਾਣ ਵਾਲਾ ਮਨ ਹੈ, ਉਹਨੂੰ ਫੜ ਲੈਂਦਾ। ਭਾਵ ਬਾਣੀ ਦਾ ਅਭਿਆਸ ਕਰਕੇ, ਬਾਣੀ ਦੀ ਸ਼ਕਤੀ ਨਾਲ ਉਹ ਆਪਣੇ ਨਾ ਪਕੜੇ ਜਾਣ ਵਾਲੇ ਮਨ ਨੂੰ ਪਕੜ ਲੈਂਦਾ ਤੇ ਇਹਨੂੰ ਪਕੜ ਕੇ ਅਗਹਿ ਗਹਿ ਗਹਿ ਗਗਨ ਰਹਾਈ। ਫਿਰ ਗਗਨ ਦਾ ਅਰਥ ਹੈ ਆਕਾਸ਼। ਆਕਾਸ਼ ਤੋਂ ਮੁਰਾਦ ਹੈ ਚਿਦਾਕਾਸ਼, ਅਕਾਲ ਪੁਰਖ, ਤੁਰੀਆ ਪਦ। ਉਹਦੇ ਵਿੱਚ ਉਸ ਨੂੰ ਟਿਕਾ ਕੇ ਰੱਖਦਾ ਹੈ। ਜਾਂ ਕੁਝ ਵਿਦਵਾਨਾਂ ਨੇ ਗਗਨ ਦਾ ਅਰਥ 10ਵਾਂ ਦੁਆਰ ਵੀ ਕੀਤਾ। ਉਹ ਇਸ ਆਪਣੇ ਨਾ ਪਕੜੇ ਜਾਣ ਵਾਲੇ ਮਨ ਨੂੰ ਪਕੜ ਲੈਂਦਾ ਹੈ ਤੇ ਉਹਨੂੰ ਪਕੜ ਕੇ 10ਵੇਂ ਦੁਆਰ ਦੇ ਵਿੱਚ ਟਿਕਾ ਲੈਂਦਾ ਹੈ। ਅਥਵਾ ਜੋ 10ਵਾਂ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਚਿਦਾਕਾਸ਼, ਉਹਦੇ ਵਿੱਚ ਟਿਕਾ ਲੈਂਦਾ ਹੈ। ਕੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬੈ ਨ ਹੋਈ। ਲੋ ਹੁਣ ਕੱਗੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦੇ ਰਹੇ ਹਨ। ਗੁਰਮੁਖੋ, ਕੱਗਾ ਅੱਖਰ ਇਹ ਸਾਨੂੰ ਸਮਝਾ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਨਿਮਸੈ ਸੋਈ। ਉਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ, ਨਿਮਸੈ ਦਾ ਅਰਥ ਨਿਵਾਸ ਕਰ ਰਿਹਾ ਹੈ। ਉਹ ਪਰਮਾਤਮਾ ਘਟਾਂ ਘਟਾਂ ਦੇ ਵਿੱਚ ਵਰਤ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਘਟ ਕਹਿੰਦੇ ਨੇ ਜੀਵ ਨੂੰ, ਘਟ ਕਹਿੰਦੇ ਨੇ ਸਰੀਰ ਨੂੰ। ਉਹ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ। ਘਟ ਫੂਟੇ ਘਟ ਕਬਹਿ ਨਾ ਹੋਈ। ਭਗਤ ਜੀ ਕਹਿੰਦੇ ਨੇ, ਜਦੋਂ ਘਟ ਸਰੀਰ ਰੂਪੀ ਘੜਾ ਫੁੱਟ ਜਾਂਦਾ ਹੈ ਤੇ ਘਟ ਕਬਹਿ ਨਾ ਹੋਈ। ਇਹ ਦੂਸਰਾ ਸ਼ਬਦ ਥੋੜਾ ਜਿਹਾ ਅਧਕ ਨਾਲ ਜ਼ੋਰ ਦੇ ਕੇ ਉਚਾਰਨ ਕਰਨਾ ਹੈ। ਘਟ ਫੂਟੇ ਦਾ ਅਰਥ ਜਦੋਂ ਸਰੀਰ ਰੂਪੀ ਘੜਾ ਭੱਜ ਜਾਂਦਾ ਹੈ, ਘਟ ਕਬਹਿ ਨਾ ਹੋਈ। ਪਰ ਉਹ ਪ੍ਰਮਾਤਮਾ ਘਟ ਨਹੀਂ ਹੁੰਦਾ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਪ੍ਰਮਾਤਮਾ ਆਕਾਸ਼ ਵਾਂਗੂ ਵਿਆਪਕ ਹੈ। ਤੇ ਜਿਵੇਂ ਘੜਾ ਟੁੱਟ ਜਾਵੇ ਤੇ ਜਿਹੜਾ ਘੜੇ ਵਿਚਲਾ ਆਕਾਸ਼ ਹੈ ਉਹ ਮਹਾਂਕਾਸ਼ ਦੇ ਵਿੱਚ ਹੀ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਸਰੀਰ ਰੂਪੀ ਘੜਾ ਫੁੱਟਦਾ ਹੈ, ਜਿਹੜਾ ਸਰੀਰ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਆਪਣਾ ਪ੍ਰਕਾਸ਼ ਹੁੰਦਾ ਹੈ, ਆਪਣੀ ਜੋਤ ਦਾ ਪ੍ਰਕਾਸ਼ ਹੁੰਦਾ ਹੈ, ਉਹ ਘਟ ਨਹੀਂ ਹੁੰਦਾ, ਉਹ ਸਗੋਂ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸਰੀਰ ਦੇ ਨਾਸ ਹੋਣ ਤੋਂ ਜਿਹੜੀ ਆਤਮਾ ਹੈ, ਆਤਮਕ ਜੋਤ ਹੈ, ਉਸ ਪਰਮ ਜੋਤ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੀ, ਉਹ ਘਟ ਨਹੀਂ ਹੁੰਦੀ। ਲੋ ਭਗਤ ਜੀ ਫਰਮਾਉਂਦੇ ਨੇ, ਉਹ ਵਾਹਿਗੁਰੂ ਘਟਾਂ ਘਟਾਂ ਵਿੱਚ ਵਸ ਰਿਹਾ ਹੈ
ਪਰ ਸਰੀਰ ਦੇ ਨਾਸ ਹੋਣ ਤੋਂ ਕਦੇ ਘਟ ਨਹੀਂ ਹੁੰਦਾ, ਉਹ ਪੂਰਾ ਹੀ ਰਹਿੰਦਾ ਹੈ। ਤਾਂ ਘਟ ਮਾਇ ਘਾਟ ਜੋ ਪਾਵਾ, ਸੋ ਘਟ ਛਾੜ ਅਵ ਘਟ ਕਤ ਧਾਵਾ। ਲੋ ਭਗਤ ਜੀ ਫਰਮਾਉਂਦੇ ਨੇ ਤਾਂ ਘਟ ਮਾਹੇ, ਵੀ ਇਹ ਜਿਹੜਾ ਸਰੀਰ ਰੂਪੀ ਘਾਟ ਅਸਥਾਨ ਹੈ, ਸਰੀਰ ਰੂਪੀ ਘਾਟ ਅਸਥਾਨ ਦੇ ਵਿੱਚ ਘਾਟ ਜੋ ਪਾਵਾ, ਇੱਕ ਹੋਰ ਘਾਟ ਹੈ, ਉਹ ਹੈ ਪ੍ਰਮਾਤਮਾ ਦਾ ਦੇਸ਼। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਜਦੋਂ ਕੋਈ ਵੀ ਜੀਵ ਆਪਣੇ ਸਰੀਰ ਦੇ ਵਿੱਚ ਵਸਦੇ ਪ੍ਰਮਾਤਮਾ ਦੇ ਥਾਂ ਨੂੰ ਲੱਭ ਲੈਂਦਾ ਹੈ, ਸੋ ਘਟ ਛਾੜ ਅਵ ਘਟ ਕਤ ਧਾਵਾ, ਉਹ ਫਿਰ ਆਪਣੇ ਅੰਦਰਲੇ ਘਟ ਅਸਥਾਨ ਨੂੰ ਛੱਡ ਕੇ ਜਿੱਥੇ ਪ੍ਰਮਾਤਮਾ ਵਸ ਰਿਹਾ ਹੈ, ਅਵ ਘਟ ਕਤ ਧਾਵਾ, ਜਿਹੜੇ ਹੋਰ ਵਿਖੜੇ ਮਾਰਗ ਨੇ, ਵਿਸ਼ਿਆਂ ਵਿਕਾਰਾਂ ਦੇ ਰਸਤੇ ਨੇ, ਉਹਨਾਂ ਵਾਲੇ ਪਾਸੇ ਕਦੇ ਨਹੀਂ ਦੌੜਦਾ। ਭਾਵ ਜਿਹਨੂੰ ਆਪਣੇ ਸਰੀਰ ਵਿੱਚੋਂ ਪ੍ਰਮਾਤਮਾ ਦਾ ਘਰ ਲੱਭ ਜਾਂਦਾ ਹੈ, ਆਪਣੇ ਅੰਦਰੋਂ ਹੀ ਉਸ ਪ੍ਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ, ਉਹ ਆਪਣੇ ਅੰਦਰਲੇ ਅਸਥਾਨ ਨੂੰ ਛੱਡ ਕੇ, ਅੰਤਰਮੁਖਤਾ ਨੂੰ, ਤੁਰਿਆ ਪਦ ਨੂੰ ਛੱਡ ਕੇ, ਵਾਹਿਗੁਰੂ ਦੀ ਜੋਤ ਨੂੰ ਅਨੁਭਵ ਕਰਕੇ ਫਿਰ ਉਹਨੂੰ ਛੱਡ ਕੇ ਜਿਹੜੇ ਹੋਰ ਕਠਿਨ ਰਸਤੇ ਨੇ, ਕੋਈ ਦੇਵੀ ਦੇਵਤਿਆਂ ਦੀ ਪੂਜਾ ਉਪਾਸਨਾ ਕਰਨੀ ਅਥਵਾ ਵਿਸ਼ੇ ਵਿਕਾਰਾਂ ਦੇ ਜਿਹੜੇ ਔਖੇ ਰਸਤੇ ਨੇ, ਉਸ ਪਾਸੇ ਵੱਲ ਕਦੇ ਵੀ ਨਹੀਂ ਦੌੜਦਾ। ਗੰਗਾ ਨਿਗਰੈ ਸਨੇਹੋ ਕਰ ਨਿਰਵਾਰੋ ਸੰਦੇ। ਲੋ ਭਗਤ ਕਬੀਰ ਜੀ ਹੁਣ ਗੰਗੀ ਅੱਖਰ ਦੁਆਰਾ ਉਪਦੇਸ਼ ਦਿੰਦੇ ਨੇ। ਜਿਹੜਾ ਗੰਗਾ ਅੱਖਰ ਹੈ ਗੁਰਮੁਖੀ ਦੀ 35 ਵਿੱਚ ਹੀ ਆਇਆ ਹੈ। ਜਿਹੜੀਆਂ ਹੋਰ ਵਰਨਮਾਲਾ ਨੇ, ਚਾਹੇ ਸੰਸਕ੍ਰਿਤ ਦੀ ਵੀ ਹੈ, ਉਹਦੇ ਵਿੱਚ ਗੰਗਾ ਅੱਖਰ ਨਹੀਂ ਹੈ। ਇਹਦਾ ਪ੍ਰਯੋਗ ਗੁਰਮੁਖੀ ਤੋਂ ਬਿਨਾਂ ਹੋਰ ਕਿਧਰੇ ਨਹੀਂ ਮਿਲਦਾ। ਲੋ ਭਗਤ ਕਬੀਰ ਜੀ ਗੰਗੀ ਅੱਖਰ ਦੁਆਰਾ ਉਪਦੇਸ਼ ਦਿੰਦੇ ਨੇ। ਗੰਗਾ ਇਹ ਸਾਨੂੰ ਨਸੀਹਤ ਦੇ ਰਿਹਾ ਹੈ, ਨਿਗ੍ਰਹਿ ਸਨੇਹੋ ਕਰ। ਭਾਈ ਤੁਸੀਂ ਸਨੇਹ ਕਰ ਦਾ ਅਰਥ ਵੀ ਪ੍ਰੇਮ ਕਰਕੇ, ਨਿਗ੍ਰਹਿ ਦਾ ਅਰਥ ਆਪਣੇ ਮਨ ਨੂੰ ਰੋਕੋ, ਇੰਦਰੀਆਂ ਦਾ ਦਮਨ ਕਰੋ। ਇਹਦਾ ਮਤਲਬ ਇਹ ਹੈ, ਜੇ ਅਸੀਂ ਹੱਠ ਦੇ ਨਾਲ, ਜ਼ੋਰ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਮਨ ਨੂੰ ਤੇ ਇੰਦਰੀਆਂ ਨੂੰ ਕੰਟਰੋਲ ਕਰਨਾ ਚਾਹੀਏ, ਨਹੀਂ ਕਰ ਸਕਦੇ। ਕਿਉਂਕਿ ਸਤਿਗੁਰੂ ਦਾ ਬਚਨ ਹੈ, ਮਨ ਹੱਠ ਤਰਫ ਨਾ ਜਿਪਈ, ਜੇ ਬਹੁਤਾ ਘਾਲੇ ਤਰਫ ਜਿਨੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਪ੍ਰੇਮ ਨਾਲ ਬਾਣੀ ਪੜ੍ਹੀ ਚੱਲੋ, ਵਾਹਿਗੁਰੂ ਵਾਹਿਗੁਰੂ ਜਪੀ ਚੱਲੋ, ਤੇ ਆਪੇ ਤੁਹਾਡਾ ਮਨ ਕੰਟਰੋਲ ਵਿੱਚ ਹੋ ਜਾਵੇਗਾ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਤੁਸੀਂ ਪ੍ਰੇਮ ਕਰਕੇ ਤੇ ਆਪਣੇ ਮਨ ਨੂੰ ਰੋਕੋ, ਨਿਰਵਾਰੋ ਸੰਦੇਹ, ਤੇ ਆਪਣੇ ਮਨ ਦੇ ਵਿੱਚੋਂ ਇਹ ਸੰਸਾ ਦੂਰ ਕਰ ਦਿਓ ਵੀ ਇਹ ਜਿਹੜਾ ਸਾਡਾ ਮਨ ਹੈ ਇਹ ਕਾਬੂ ਵਿੱਚ ਨਹੀਂ ਆਵੇਗਾ। ਇਸ ਗੱਲ ਦਾ ਸੰਸਾ ਭਰਮ ਵੀ ਦੂਰ ਕਰ ਦਿਓ, ਕਿਉਂਕਿ ਹਰ ਬੰਦੇ ਦੇ ਮਨ ਦੇ ਵਿੱਚ ਇਹ ਸੰਸਾ ਜ਼ਰੂਰ ਹੁੰਦਾ ਹੈ। ਅਸੀਂ ਹੁਣ ਪਾਠ ਕਰਦੇ ਹਾਂ, ਕੁਝ ਨਾ ਕੁਝ ਪ੍ਰੇਮੀ ਸਿਮਰਨ ਵੀ ਕਰਦੇ ਨੇ, ਪਰ ਮਨ ਕਿਸੇ ਪਾਸੇ ਦੌੜ ਜਾਂਦਾ ਹੈ। ਫਿਰ ਸਾਡੇ ਮਨ ਦੇ ਵਿੱਚ ਇਹ ਸੰਸਾ ਪੈਦਾ ਹੋ ਜਾਂਦਾ ਵੀ ਕਦੇ ਮਨ ਟਿਕੂਗਾ ਵੀ, ਕਦੇ ਮਨ ਕਾਬੂ ਵਿੱਚ ਆਵੇਗਾ ਵੀ। ਲੋ ਇਹੋ ਜਿਹੀ ਅਵਸਥਾ ਵਾਲੇ ਲੋਕਾਂ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਸੰਸਾ ਨਿਵਰਤ ਕਰ ਦਿਓ, ਮਨ ਨਹੀਂ ਟਿਕੇਗਾ। ਹਾਂ, ਪ੍ਰੇਮ ਦੇ ਨਾਲ ਆਪਣੇ ਮਨ ਨੂੰ ਕੰਟਰੋਲ ਕਰੋ, ਬਾਣੀ ਪੜ੍ਹ ਪੜ੍ਹ ਕੇ, ਸਿਮਰਨ ਕਰ ਕਰਕੇ ਮਨ ਨੂੰ ਸਮਝਾਓ, ਤੇ ਫਿਰ ਇਹ ਮਨ ਤੁਹਾਡਾ ਜ਼ਰੂਰ ਇੱਕ ਨਾ ਇੱਕ ਦਿਨ ਤੁਹਾਡੇ ਵੱਸ ਹੋ ਜਾਵੇਗਾ। ਨਾਹੀ ਦੇਖਣਾ ਭਾਜੀਐ ਪਰਮ ਸਿਆਣਪ ਏ। ਲੋ ਭਗਤ ਕਬੀਰ ਜੀ ਬੜੀ ਵਧੀਆ ਸਿੱਖਿਆ ਦਿੰਦੇ ਨੇ ਵੀ ਜੇ ਤੁਹਾਡਾ ਮਨ ਨਹੀਂ ਨਾ ਟਿਕਦਾ, ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਮਨ ਨਹੀਂ ਟਿਕਦਾ, ਇਹ ਮਨ ਦੀ ਇਹ ਹਾਲਤ ਵੇਖ ਕੇ ਮੈਦਾਨ ਛੱਡ ਕੇ ਨਾ ਭੱਜੋ। ਇਹ ਨਹੀਂ ਹੋ ਸਕਦਾ ਵੀ ਤੁਸੀਂ ਆਪਣਾ ਨਿਤਨੇਮ ਹੀ ਛੱਡ ਦਿਓ, ਸੇਵਾ ਹੀ ਛੱਡ ਦਿਓ, ਸਿਮਰਨ ਹੀ ਛੱਡ ਦਿਓ, ਸੰਗਤ ਵਿੱਚ ਆਉਣਾ ਛੱਡ ਦਿਓ। ਜੇ ਨਹੀਂ ਮਨ ਟਿਕਦਾ ਤੇ ਭਗਤ ਜੀ ਕਹਿੰਦੇ ਮੈਦਾਨ ਛੱਡ ਕੇ ਭੱਜਣਾ ਨਹੀਂ ਚਾਹੀਦਾ। ਪਰਮ ਸਿਆਣਪ, ਇਹ ਬਹੁਤ ਵੱਡੀ ਸਿਆਣਪ ਦੀ ਗੱਲ ਹੈ ਵੀ ਜੇ ਮਨ ਨਹੀਂ ਨਾ ਟਿਕਦਾ ਤੇ ਤੁਸੀਂ ਮੈਦਾਨ ਛੱਡ ਕੇ ਨਾ ਭੱਜੋ। ਜਿਵੇਂ ਕੋਈ ਸੂਰਮਾ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਜੂਝ ਰਿਹਾ ਹੈ, ਉਹਦੀ ਵੱਡੀ ਸਿਆਣਪ ਇਹੀ ਹੁੰਦੀ ਹੈ ਵੀ ਉਹ ਜੰਗ ਦੇ ਵਿੱਚ ਜੂਝਦਾ ਰਹੇ। ਜੇ ਸੂਰਮਾ ਮੈਦਾਨ ਛੱਡ ਕੇ ਭੱਜ ਨਿਕਲਿਆ ਤੇ ਫਿਰ ਉਹ ਸੂਰਮਾ ਨਹੀਂ ਗਿਣਿਆ ਜਾਵੇਗਾ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜੇ ਤੁਹਾਡਾ ਮਨ ਨਹੀਂ ਨਾ ਹਾਲੇ ਕਾਬੂ ਵਿੱਚ ਆਉਂਦਾ, ਇਹ ਵੇਖ ਕੇ ਤੁਸੀਂ ਮੈਦਾਨ ਛੱਡ ਕੇ ਨਾ ਭੱਜੋ, ਭਗਤੀ ਦਾ ਮਾਰਗ, ਸਿੱਖੀ ਦਾ ਮਾਰਗ ਨਾ ਛੱਡ ਕੇ ਜਾਓ। ਇਹ ਸਭ ਤੋਂ ਵੱਡੀ ਸਿਆਣਪ ਹੈ। ਤੇ ਤੁਸੀਂ ਪ੍ਰੇਮ ਨਾਲ ਹੌਲੀ ਹੌਲੀ ਆਪਣੇ ਮਨ ਨੂੰ ਸਮਝਾਓ ਤੇ ਮਨ ਹੌਲੀ ਹੌਲੀ ਜ਼ਰੂਰ ਮੁੜੇਗਾ
ਤੇ ਇਹ ਸੰਸਾ ਦੂਰ ਕਰ ਦਿਓ, ਮਨ ਨਹੀਂ ਕਾਬੂ ਵਿੱਚ ਆਵੇਗਾ। ਤੇ ਜੇ ਨਹੀਂ ਟਿਕਦਾ ਹਾਲ ਦੀ ਘੜੀ ਦੇਖ ਕੇ ਤੁਸੀਂ ਮੈਦਾਨ ਛੱਡ ਕੇ ਨਾ ਭੱਜੋ, ਸਿੱਖੀ ਮਾਰਗ ਨਾ ਛੱਡੋ, ਰਹਿਤ ਬਹਿਤ ਨਾ ਛੱਡੋ, ਨਿਤਨੇਮ ਨਾ ਛੱਡੋ, ਸੰਗਤ ਕਰਨੀ ਨਾ ਛੱਡੋ। ਇਹ ਸਭ ਤੋਂ ਵੱਡੀ ਸਿਆਣਪ ਵਾਲੀ ਗੱਲ ਹੈ। ਚੱਚਾ ਰਚਿਤ ਚਿਤਰ ਹੈ ਭਾਰੀ, ਤਦ ਚਿਤਰੈ ਚੇਤੋ ਚਿਤਕਾਰੀ। ਲੋ ਇੱਕ ਛੋਟੀ ਜੀ ਘਟਨਾ ਯਾਦ ਆ ਗਈ। ਇੱਕ ਸਿੱਖ ਕੌਮ ਦੇ ਮਹਾਨ ਪਵਿੱਤਰ ਆਤਮਾ ਮਹਾਂਪੁਰਖ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸੂਆਣੇ ਵਾਲੇ ਹੋਏ ਨੇ। ਉਹਨਾਂ ਦੇ ਪਾਸ ਕੋਈ ਇੱਕ ਪ੍ਰੇਮੀ ਆਇਆ ਤੇ ਉਸਨੇ ਆ ਕੇ ਸਵਾਲ ਕੀਤਾ, ਕਹਿਣ ਲੱਗਾ, ਮਹਾਂਪੁਰਖੋ ਬਾਣੀ ਤਾਂ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਮਨ ਤੇ ਲੱਗਦਾ ਨਹੀਂ, ਮਨ ਤੇ ਵਸ ਆਉਂਦਾ ਨਹੀਂ, ਫਿਰ ਉਹਦਾ ਕੀ ਫਾਇਦਾ ਹੈ? ਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਭਾਈ ਫਾਇਦਾ ਤੇ ਹੈ ਹੀ ਹੈ। ਜੇ ਤੇਰਾ ਮਨ ਨਹੀਂ ਟਿਕਦਾ, ਨਹੀਂ ਜੁੜਦਾ, ਇਹਦਾ ਮਤਲਬ ਇਹ ਨਹੀਂ ਨਿਤਨੇਮ ਛੱਡ ਦਿਓ, ਭਜਨ ਪਾਠ ਛੱਡ ਦਿਓ, ਐਸਾ ਨਹੀਂ ਕਰਨਾ ਚਾਹੀਦਾ। ਤੇ ਉਹ ਕਹਿੰਦਾ, ਮਹਾਰਾਜ ਫਿਰ ਕਰੀਏ ਕੀ? ਤਾਂ ਉਸ ਵੇਲੇ ਮਹਾਂਪੁਰਖਾਂ ਨੇ ਫਿਰ ਜੋ ਉਹਨੂੰ ਉਪਦੇਸ਼ ਦਿੱਤਾ, ਉਹ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਹਮੇਸ਼ਾ ਲਈ ਸੇਧ ਤੇ ਸਿੱਖਿਆ ਪ੍ਰਦਾਨ ਕਰਦਾ ਰਹੇਗਾ। ਮਹਾਂਪੁਰਖਾਂ ਨੇ ਉਸ ਪ੍ਰੇਮੀ ਨੂੰ ਆਖਿਆ, ਠੀਕ ਹੈ, ਤੇਰਾ ਮਨ ਨਹੀਂ ਵਸ ਵਿੱਚ, ਇਹ ਇੱਕ ਵੱਖਰੀ ਚੀਜ਼ ਹੈ। ਮਨ ਜਾਤਾ ਤੋ ਜਾਣ ਦੇ, ਅਸ ਰੱਖ ਸਰੀਰ, ਚਿੱਲੇ ਚੜੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਮਹਾਂਪੁਰਖ ਕਹਿਣ ਲੱਗੇ, ਬਈ ਜੇ ਤੇਰਾ ਮਨ ਜਾਂਦਾ ਹੈ ਨਾ, ਉਹਨੂੰ ਜਾ ਲੈਣ ਦੇ। ਜੇ ਮਨ ਕਿਸੇ ਪਾਸੇ ਦੌੜਦਾ, ਦੌੜ ਲੈਣ ਦੇ। ਅਸ ਰੱਖ ਸਰੀਰ, ਤੂੰ ਆਪਣੇ ਸਰੀਰ ਤੇ ਕੰਟਰੋਲ ਤਾਂ ਰੱਖ ਸਕਦਾ ਹੈ ਨਾ। ਤੂੰ ਆਪਣੇ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ, ਭੈੜੇ ਪਾਸਿਆਂ ਤੋਂ ਬਚਾ। ਜੇ ਮਨ ਨਹੀਂ ਕਾਬੂ ਵਿੱਚ ਆਉਂਦਾ, ਕੁਝ ਸਮੇਂ ਲਈ ਮਨ ਜਾਂਦਾ ਤੇ ਜਾ ਲੈਣ ਦੇ, ਪਰ ਸਰੀਰ ਨੂੰ ਆਪਣੇ ਕੰਟਰੋਲ ਵਿੱਚ ਰੱਖ। ਇਹ ਵੀ ਇੱਕ ਬਹੁਤ ਵੱਡੀ ਸਿੱਖਿਆ ਹੈ। ਅੱਗੇ ਮਹਾਂਪੁਰਖਾਂ ਨੇ ਉਦਾਹਰਣ ਦਿੱਤੀ, ਚਿੱਲੇ ਚੜੀ ਕਮਾਨ ਬਿਨ ਕਿਉਂ ਕਰ ਨਿਕਸੈ ਤੀਰ। ਹੁਣ ਕਿਸੇ ਸੂਰਮੇ ਕੋਲੇ ਤੀਰ ਪੱਥੇ ਵਿੱਚ ਪਿਆ ਹੋਇਆ, ਜਿਹੜਾ ਤੀਰ ਪੱਥੇ ਵਿੱਚ ਪਿਆ ਹੋਇਆ ਉਹ ਕੋਈ ਨੁਕਸਾਨ ਨਹੀਂ ਕਰਦਾ ਕਿਸੇ ਦਾ। ਤੇ ਜਦੋਂ ਉਹੀ ਤੀਰ ਤੇ ਕਮਾਨ ਦੇ ਚਿੱਲੇ ਤੇ ਚੜ ਜਾਂਦਾ ਤੇ ਫਿਰ ਸੂਰਮਾ ਉਸ ਤੀਰ ਨੂੰ ਛੱਡ ਦਿੰਦਾ ਤੇ ਫਿਰ ਉਹ ਜਾ ਕੇ ਅੱਗੇ ਨੁਕਸਾਨ ਕਰਦਾ ਹੈ, ਨਿਸ਼ਾਨੇ ਨੂੰ ਫੁੰਡ ਦਿੰਦਾ ਤੇ ਦੁਸ਼ਮਣ ਨੂੰ ਪਾਰ ਬੁਲਾ ਦਿੰਦਾ। ਜਿੰਨਾ ਚਿਰ ਤੀਰ ਪੱਥੇ ਵਿੱਚ ਪਿਆ ਕੁਝ ਨਹੀਂ ਵਿਗਾੜ ਸਕਦਾ, ਤੇ ਜਦੋਂ ਤੀਰ ਛੁੱਟ ਕੇ ਜਾਂਦਾ ਧਨਕ ਦੇ ਚਿੱਲੇ ਤੋਂ ਫੇਰ ਹੀ ਮਾਰ ਕਰਦਾ ਨਾ। ਹੁਣ ਆ ਜਿਹੜੀਆਂ ਗੋਲੀਆਂ ਨੇ ਗੰਨਾਂ ਦੇ ਵਿੱਚ ਪੈਂਦੀਆਂ, ਜੇ ਗੋਲੀਆਂ ਪਾਸੇ ਰੱਖੀਆਂ ਹੋਈਆਂ ਨੇ ਤੇ ਉਹਨਾਂ ਦਾ ਕੋਈ ਡਰ ਨਹੀਂ। ਜਦੋਂ ਉਹ ਗੋਲੀ ਚੈਂਬਰ ਤੇ ਚੜ ਜਾਂਦੀ, ਘੋੜਾ ਦੱਬਿਆ ਜਾਂਦਾ, ਫੇਰ ਹੀ ਨੁਕਸਾਨ ਕਰਦੀਆਂ ਨਾ। ਇਸੇ ਤਰ੍ਹਾਂ ਮਹਾਂਪੁਰਖਾਂ ਨੇ ਸਮਝਾਇਆ, ਕਹਿੰਦੇ ਇਹ ਜਿਹੜਾ ਮਨ ਹੈ ਨਾ, ਇਹ ਤੇ ਹੈਗਾ ਤੀਰ ਵਾਂਗੂ, ਤੇ ਸਾਡਾ ਸਰੀਰ ਹੈਗਾ ਕਮਾਨ ਵਾਂਗੂ। ਜਿੰਨਾ ਚਿਰ ਇਹ ਮਨ ਦਾ ਤੀਰ ਤਨ ਦੀ ਕਮਾਨ ਤੇ ਨਹੀਂ ਨਾ ਚੜ੍ਹਦਾ, ਤੇ ਉਹਨਾਂ ਚਿਰ ਇਹ ਕੋਈ ਨੁਕਸਾਨ ਨਹੀਂ ਕਰ ਸਕਦਾ, ਉਹ ਡਰਨ ਦੀ ਲੋੜ ਨਹੀਂ। ਤੇ ਜਦੋਂ ਇਹ ਮਨ ਦੇ ਨਾਲ ਤਨ ਵੀ ਸਹਿਮਤ ਹੋ ਜਾਂਦਾ, ਫਿਰ ਜਦੋਂ ਇਹ ਤੀਰ ਮਨ ਦਾ ਤੀਰ ਇਹ ਸਰੀਰ ਦੇ ਚਿੱਲੇ ਤੇ ਚੜ ਜਾਂਦਾ ਤੇ ਸਰੀਰ ਵੀ ਬੁਰਾਈ ਕਰਨ ਲਈ, ਪਾਪ ਕਰਨ ਲਈ, ਵਿਕਾਰ ਭੋਗਣ ਲਈ ਤਿਆਰ ਹੋ ਜਾਂਦਾ ਤੇ ਫਿਰ ਇਹ ਨੁਕਸਾਨ ਕਰਦਾ। ਜੇ ਇਕੱਲਾ ਮਨ ਸਾਡਾ ਕੁਝ ਨਹੀਂ ਵਿਗਾੜ ਸਕਦਾ, ਜਦੋਂ ਸਾਡਾ ਸਰੀਰ ਕੰਟਰੋਲ ਵਿੱਚ ਹੋਵੇ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਮਨ ਵੀ ਟਿਕ ਜਾਂਦਾ ਹੈ। ਇਹ ਬੜੀ ਉੱਤਮ ਸਿੱਖਿਆ ਹੈ। ਜੇ ਮਨ ਨਹੀਂ ਟਿਕਦਾ ਤੇ ਇਹ ਗੱਲ ਵੇਖ ਕੇ ਆਪਣਾ ਧਰਮ ਕਰਮ ਭਜਨ ਨਿਤਨੇਮ ਨਹੀਂ ਛੱਡਣਾ ਚਾਹੀਦਾ। ਇਹ ਬੜੀ ਵੱਡੀ ਸਿਆਣਪ ਵਾਲੀ ਗੱਲ ਹੈ। ਚੱਚਾ ਰਚਿਤ ਚਿਤਰ ਹੈ ਭਾਰੀ, ਤਜ ਚਿਤਰ ਹੈ ਚੇਤੋ ਚਿਤਕਾਰੀ। ਲਓ ਹੁਣ ਚੱਚੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਹਨ। ਚੱਚਾ ਰਚ ਚਿਤਰ ਹੈ ਭਾਰੀ। ਲੋ ਚੱਚਾ ਅੱਖਰ ਇਹ ਉਪਦੇਸ਼ ਦੇ ਰਿਹਾ ਹੈ ਵੀ ਆਹ ਦੇਖੋ ਜਿਤਨਾ ਵੀ ਸੰਸਾਰ ਹੈ, ਪਿੱਛੇ ਵੀ ਭਗਤ ਜੀ ਦਾ ਸ਼ਬਦ ਆਇਆ ਹੈ ਕਿ ਇਹ ਜਿਹੜਾ ਸੰਸਾਰ ਹੈ, ਅਸੀਂ ਰਾਤ ਨੂੰ ਆਕਾਸ਼ ਵੱਲ ਨਿਗਾਹ ਮਾਰਦੇ ਹਾਂ, ਕਿੰਨੇ ਤਾਰੇ ਚਮਕਦੇ ਦਿਖਾਈ ਦਿੰਦੇ ਨੇ। ਇਹ ਬੜੇ ਬੜੇ ਗ੍ਰਹਿ ਨੇ, ਬੜੇ ਬੜੇ ਮੰਡਲ ਨੇ, ਵੱਡੀਆਂ ਵੱਡੀਆਂ ਧਰਤੀਆਂ ਨੇ, ਤੇ ਇਹ ਕਿੱਡਾ ਵੱਡਾ ਇਹ ਚਿੱਤਰ ਸੰਸਾਰ ਦਾ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੋਇਆ ਹੈ। ਕੋਈ ਇਹਦਾ ਆਦੰਤ ਜਾਣ ਸਕਦਾ? ਕੋਈ ਵੀ ਨਹੀਂ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਬਾਤ।
ਲੱਖਾਂ ਸੂਰਜ ਨੇ, ਲੱਖਾਂ ਚੰਦਰਮਾ ਨੇ ਤੇ ਲੱਖਾਂ ਹੀ ਹੋਰ ਵਾਹਿਗੁਰੂ ਪਰਮੇਸ਼ਰ ਨੇ ਧਰਤੀਆਂ ਬਣਾਈਆਂ ਹੋਈਆਂ ਨੇ। ਭਗਤ ਜੀ ਕਹਿੰਦੇ ਨੇ, ਆਹ ਦੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ ਕਿੱਡਾ ਵੱਡਾ ਇਹ ਚਿੱਤਰ ਦਾ ਅਰਥ ਵੀ ਇਹ ਸੰਸਾਰ ਦਾ ਚਿੱਤਰ ਬਣਾਇਆ ਹੈ। ਇਹ ਸੰਸਾਰ ਦੀ ਕਿੱਡੀ ਵੱਡੀ ਤਸਵੀਰ, ਫੋਟੋ ਵਾਹਿਗੁਰੂ ਨੇ ਬਣਾਈ ਹੋਈ ਹੈ। ਪਰ ਭਗਤ ਜੀ ਕਹਿੰਦੇ ਨੇ, ਤਦ ਚਿਤਰੈ ਚੇਤੋ ਚਿਤਕਾਰੀ। ਜਿਹੜਾ ਸੰਸਾਰ ਦਾ ਇਹ ਚਿੱਤਰ ਹੈ, ਇਹ ਸੰਸਾਰ ਦੀ ਤਸਵੀਰ ਹੈ, ਇਹਨੂੰ ਦੇਖ ਕੇ ਭਰਮ ਦੇ ਵਿੱਚ ਨਾ ਪਵੋ। ਚੇਤੋ ਚਿਤਕਾਰੀ, ਜਿਹੜਾ ਸੰਸਾਰ ਰੂਪੀ ਚਿੱਤਰ ਨੂੰ ਬਣਾਉਣ ਵਾਲਾ ਚਿੱਤਰਕਾਰ ਅਕਾਲ ਪੁਰਖ ਹੈ, ਭਾਈ ਉਹਨੂੰ ਚੇਤੇ ਕਰਨਾ ਚਾਹੀਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਆ ਸੰਸਾਰ ਦੇ ਰੰਗ ਰੂਪ ਨੇ, ਇਹ ਸੰਸਾਰ ਦੀ ਬੜੀ ਸੋਹਣੀ ਤਸਵੀਰ ਹੈ, ਇਹਨੂੰ ਵੇਖ ਕੇ ਇਹਦੇ ਵਿੱਚ ਨਾ ਫਸ ਜਾਓ। ਇਹਨੂੰ ਬਣਾਉਣ ਵਾਲਾ ਜਿਹੜਾ ਅਸਲੀ ਚਿੱਤਰਕਾਰ, ਅਸਲੀ ਮੁਸੱਵਰ ਅਕਾਲ ਪੁਰਖ ਹੈ, ਉਹਦੇ ਨਾਲ ਜੁੜੋ, ਉਹਨੂੰ ਚੇਤੇ ਕਰੋ। ਚਿਤਰ ਬਚਿਤਰ ਇਹ ਅਵਛੇਰਾ, ਤਜ ਚਿਤਰੈ ਚਿਤ ਰਾਖ ਚਿਤੇਰਾ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਇਹ ਜਿਹੜਾ ਚਿੱਤਰ ਬਚਿੱਤਰ, ਇਹ ਜਿਹੜਾ ਬਚਿੱਤਰ ਚਿੱਤਰ ਹੈ, ਭਾਵੇਂ ਸੰਸਾਰ ਦਾ ਜਿਹੜਾ ਰੰਗ ਬਰੰਗਾ ਚਿੱਤਰ ਹੈ, ਇਹ ਹੈ ਅਵਚੇਰਾ। ਇਹ ਤੇ ਇੱਕ ਬਹੁਤ ਵੱਡਾ ਖਾਤਾ ਹੈ, ਇਹ ਤੇ ਇੱਕ ਬਹੁਤ ਵੱਡਾ ਖੂਹ ਹੈ। ਜਿਹੜਾ ਇਹਦੇ ਵਿੱਚ ਡਿੱਗ ਪਿਆ ਉਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਤੋਂ ਬਚਣਾ ਚਾਹੀਦਾ। ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਦੂਜਾ ਅਵਚੇਰਾ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਝਗੜਾ। ਇਹ ਜਿਹੜਾ ਚਿੱਤਰ ਬਚਿੱਤਰ ਹੈ, ਜਿਹੜਾ ਸੰਸਾਰ ਦਾ ਨਾਨਾ ਤਰ੍ਹਾਂ ਦਾ ਚਿੱਤਰ ਹੈ, ਕਿਉਂਕਿ ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਸਾਰ ਦੇ ਬੜੇ ਰੂਪ ਨੇ, ਬੜੇ ਸੋਹਣੇ ਇਹਦੇ ਰੰਗ ਬਰੰਗੇ ਚਿੱਤਰ ਨੇ। ਭਗਤ ਜੀ ਕਹਿੰਦੇ ਨੇ, ਇਹ ਤੇ ਅਵਚੇਰਾ ਦਾ ਅਰਥ ਇਹ ਇੱਕ ਬਹੁਤ ਵੱਡਾ ਝਗੜਾ ਹੈ। ਜਿਹੜਾ ਨਾਨਾ ਤਰ੍ਹਾਂ ਦਾ ਸੰਸਾਰ ਦਾ ਚਿੱਤਰ ਹੈ, ਇਹ ਤੇ ਇੱਕ ਬਹੁਤ ਵੱਡਾ ਝਗੜਾ ਹੈ। ਤਾਂ ਚਿਤਰੈ ਚਿਤਰਾਖ ਚਿਤੇਰਾ, ਤੁਸੀਂ ਇਸ ਚਿੱਤਰ ਦਾ ਖਿਆਲ ਛੱਡ ਕੇ ਜਿਹੜਾ ਅਸਲੀ ਇਹਨੂੰ ਚਿਤੇਰਾ ਚਿਤਰਨ ਵਾਲਾ ਅਕਾਲ ਪੁਰਖ ਹੈ, ਇਸ ਸੰਸਾਰ ਨੂੰ ਬਣਾਉਣ ਵਾਲਾ ਅਸਲੀ ਜੋ ਕਾਰੀਗਰ ਅਕਾਲ ਪੁਰਖ ਹੈ, ਬਈ ਉਹਨੂੰ ਚੇਤੇ ਰੱਖੋ। ਜੇ ਤੁਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਚਿੱਤਰਕਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋਗੇ, ਤੇ ਫਿਰ ਇਹ ਸੰਸਾਰ ਦਾ ਚਿੱਤਰ, ਇਹ ਸੰਸਾਰ ਦੀ ਤਸਵੀਰ ਤੁਹਾਡੇ ਉੱਤੇ ਕੋਈ ਅਸਰ ਨਹੀਂ ਪਾ ਸਕਦੀ। ਛੱਛਾ ਇਹ ਛਤਰਪਤ ਪਾਸਾ, ਛਕ ਕੇ ਨਾ ਰਹੋ ਛਾੜ ਕੇ ਨਾ ਆਸਾ। ਲੋ ਹੁਣ ਸੱਚੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਹਨ। ਛੱਛਾ ਅੱਖਰ ਇਹ ਕਹਿੰਦਾ ਹੈ, ਛੱਛਾ ਇਹ ਹੈ ਛਤਰਪਤ ਪਾਸਾ। ਗੁਰਮੁਖੋ ਛਤਰਪਤੀ, ਛਤਰ ਦਾ ਮਾਲਕ, ਚੱਕਰਵਰਤੀ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਪਾਸ ਅੰਗ ਸੰਗ ਵਸ ਰਿਹਾ ਹੈ। ਸ਼ੱਕ ਕੇ ਨਾ ਰਹੋ, ਤੁਸੀਂ ਐਨ ਸਾਜ ਧੱਜ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਕਿਉਂ ਨਹੀਂ ਤੁਸੀਂ ਉਸ ਦੇ ਦੀਵਾਨ ਬਣ ਕੇ, ਵਜ਼ੀਰ ਬਣ ਕੇ ਰਹਿੰਦੇ। ਛਾੜ ਕੇ ਨਾ ਆਸਾ, ਜਿਹੜੀ ਹੋਰ ਦੁਨੀਆ ਦੀ ਆਸਾ ਉਹਨੂੰ ਛੱਡ ਕੇ, ਅਥਵਾ ਮਾਇਆ ਦੀ, ਪਦਾਰਥਾਂ ਦੀ, ਪਦਵੀ ਦੀ ਆਸਾ ਨੂੰ ਛੱਡ ਕੇ, ਤੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਕੇ, ਸਜ ਧੱਜ ਕੇ, ਉਹਦੇ ਦੀਵਾਨ ਬਣ ਕੇ ਕਿਉਂ ਨਹੀਂ ਰਹਿੰਦੇ। ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਬਦਾਵਾ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਐ ਮਨਾ ਮੈਂ ਤੇ ਤੈਨੂੰ ਛਿਨ ਛਿਨ ਕਾਲ ਸਮਝਾਉਣ ਦਾ ਯਤਨ ਕੀਤਾ। ਮੈਂ ਤੇ ਆਪਣੇ ਮਨ ਨੂੰ ਛਿਨ ਛਿਨ ਕਾਲ, ਥੋੜੇ ਥੋੜੇ ਸਮੇਂ ਤੋਂ ਬਾਅਦ ਹੀ ਸਮਝਾਉਂਦਾ ਰਹਿਣਾ ਹਾਂ। ਤਾਂ ਹੀ ਛਾੜ ਕਤ ਆਪ ਬੰਧਾਵਾ। ਮਨਾ ਉਸ ਦੀਨ ਦੁਨੀਆ ਦੇ ਪਾਤਸ਼ਾਹ ਅਕਾਲ ਪੁਰਖ ਨੂੰ ਛੱਡ ਕੇ ਤੂੰ ਕਿੱਥੇ ਜਿਹੜੇ ਉਹਦੇ ਹੋਰ ਨੌਕਰ ਚਾਕਰ ਨੇ, ਆ ਦੇਵੀ ਦੇਵਤੇ ਨੇ, ਤੇ ਮਨਮੁਖ ਹੋਏ ਬੰਦੇ ਦਾ ਬੰਦਾ ਤੂੰ ਕਿੱਥੇ ਆਪ ਨੂੰ ਬਣਾਈ ਫਿਰਦਾ ਹੈ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਲੋ ਹੁਣ ਜੱਜੇ ਅੱਖਰ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਹਨ। ਜੱਜਾ ਜੋ ਤਨ ਜੀਵਤ ਜਰਾਵੈ। ਭਗਤ ਜੀ ਕਹਿੰਦੇ ਨੇ, ਜੱਜਾ ਅੱਖਰ ਇਹ ਕਹਿੰਦਾ ਹੈ ਵੀ ਜਿਹੜਾ ਮਨੁੱਖ ਜਿਉਂਦੇ ਜੀ ਆਪਣੇ ਤਨ ਨੂੰ ਜਰਾਵੈ ਦਾ ਅਰਥ ਸਾੜ ਦਿੰਦਾ ਹੈ। ਇਹਦਾ ਮਤਲਬ ਇਹ ਹੈ, ਜਿਹੜਾ ਮਨੁੱਖ ਜਿਉਂਦੇ ਜੀ ਬ੍ਰਹਮ ਅਭਿਆਸ ਅਗਨੀ ਦੇ ਨਾਲ ਆਪਣੇ ਸਰੀਰ ਨੂੰ ਸਾੜ ਦਿੰਦਾ ਹੈ, ਇਹਦਾ ਮਤਲਬ ਇਹ ਹੈ ਸਰੀਰ ਦਾ ਮੋਹ ਛੱਡ ਦਿੰਦਾ ਹੈ, ਸਰੀਰ ਨੂੰ ਨਾਸਵੰਤ ਜਾਣ ਲੈਂਦਾ ਹੈ। ਜੋਬਨ ਜਾਰ ਜੁਗਤ ਸੋ ਪਾਵੈ, ਤੇ ਜਿਹੜਾ ਜਵਾਨੀ ਦਾ ਜੋਸ਼ ਹੈ ਉਹਨੂੰ ਵੀ ਸਾੜ ਦਿੰਦਾ ਹੈ, ਕਿਉਂਕਿ ਜਵਾਨੀ ਦਾ ਜੋਸ਼ ਵੀ ਬੜਾ ਖਤਰਨਾਕ ਹੁੰਦਾ ਹੈ। ਜਦੋਂ ਕਿਧਰੇ
ਕਿਸੇ ਸਮੁੰਦਰ ਦੇ ਵਿੱਚ ਜੁਆਰ ਭਾਟਾ ਆਇਆ ਹੋਵੇ, ਕਿਸੇ ਦਰਿਆ ਦੇ ਵਿੱਚ ਕਿਧਰੇ ਹੜ੍ਹ ਆਇਆ ਹੋਵੇ, ਉਸ ਵੇਲੇ ਬੜਾ ਖਤਰਨਾਕ ਹੁੰਦਾ ਹੈ। ਜਵਾਨੀ ਦੇ ਵਿੱਚ ਵੀ ਮਨੁੱਖ ਦੇ ਅੰਦਰ ਜੋਸ਼ ਪੈਦਾ ਹੁੰਦਾ ਹੈ, ਉਹ ਕਈ ਵਾਰੀ ਮਰਜ਼ਾਦਾ ਨੂੰ ਟੱਪ ਜਾਂਦਾ ਹੈ। ਲੋ ਭਗਤ ਜੀ ਕਹਿੰਦੇ ਨੇ ਜਵਾਨੀ ਦੇ ਵਿੱਚ ਵੀ ਜਿਹੜਾ ਜੋਸ਼ ਹੈ ਉਹਨੂੰ ਸਾੜ ਕੇ ਜੁਗਤ ਸੋ ਪਾਵੈ, ਜਿਹੜਾ ਜਿਉਂਦੇ ਜੀ ਆਪਣੇ ਸਰੀਰ ਨੂੰ ਸਾੜ ਦਿੰਦਾ ਹੈ, ਭਾਵ ਸਰੀਰ ਨੂੰ ਨਾਸਵੰਤ ਨਿਸ਼ਚੇ ਕਰ ਲੈਂਦਾ ਹੈ, ਫਿਰ ਜਵਾਨੀ ਦੇ ਜੋਸ਼ ਨੂੰ ਸਾੜ ਕੇ ਤੇ ਵਾਹਿਗੁਰੂ ਦੀ ਭਜਨ ਬੰਦਗੀ ਵਿੱਚ ਲੱਗ ਜਾਂਦਾ ਹੈ। ਜੁਗਤ ਸੋ ਪਾਵੈ, ਅਸਲੀ ਮੁਕਤੀ ਦੀ ਜੁਗਤੀ ਨੂੰ ਅਥਵਾ ਪਰਮੇਸ਼ਰ ਦੇ ਨਾਲ ਮਿਲਣ ਦੀ ਜੁਗਤੀ ਨੂੰ ਉਹੀ ਪ੍ਰਾਪਤ ਕਰ ਸਕਦਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਬਹੁਤ ਸੁੰਦਰ ਲਿਖਿਆ ਹੈ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ, ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇਹ। ਉਮਰ ਵੀ ਬੜੀ ਸੁਹਾਵਣੀ ਹੋਵੇ, ਦੇਹ ਵੀ ਕੰਚਨ ਵਰਗੀ ਸੁੰਦਰ ਹੋਵੇ। ਇਹੋ ਜੀ ਜਵਾਨੀ ਅਵਸਥਾ ਦੇ ਵਿੱਚ ਤੇ ਸੁੰਦਰਤਾ ਨੂੰ ਪ੍ਰਾਪਤ ਕਰਕੇ ਕੋਈ ਭਾਗਾਂ ਵਾਲਾ ਮਹਾਂਪੁਰਖ ਹੋਵੇਗਾ ਤੇ ਜਿਹੜਾ ਫਿਰ ਵਾਹਿਗੁਰੂ ਦੀ ਭਗਤੀ ਕਰੇ। ਲੋਕ ਭਗਤ ਜੀ ਕਹਿੰਦੇ ਨੇ ਜਿਹੜਾ ਆਪਣੇ ਜਵਾਨੀ ਦੇ ਜੋਸ਼ ਨੂੰ ਵੀ ਸਾੜ ਦਿੰਦਾ, ਜਵਾਨੀ ਦੀਆਂ ਖਾਹਿਸ਼ਾਂ ਨੂੰ ਮਾਰ ਲੈਂਦਾ, ਅਸਲੀ ਉਹੀ ਰੱਬ ਦੇ ਨਾਲ ਮਿਲਣ ਦੀ ਜੁਗਤੀ ਨੂੰ ਪ੍ਰਾਪਤ ਕਰਦਾ ਹੈ। ਅਸ ਜਰ ਪਰ ਜਰ ਜਰ ਜਬ ਰਹਿ, ਤਬ ਜਾਏ ਜੋਤ ਉਜਾਰੋ ਲਹੈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਅਸ ਜਰ ਇੱਕ ਜਿਹੜੀ ਆਪਣੀ ਮਾਇਆ ਹੈ ਤੇ ਪਰ ਜਰ ਜਿਹੜੀ ਪਰਾਈ ਮਾਇਆ ਹੈ। ਜਰ ਜਬ ਰਹਿ, ਜਦੋਂ ਆਪਣੀ ਮਾਇਆ ਦੀ ਵੀ ਤੇ ਪਰਾਈ ਮਾਇਆ ਦੀ ਵੀ ਜਿਹੜੀ ਇੱਛਾ ਹੈ ਉਹ ਸੜ ਜਾਵੇ, ਭਾਵ ਨਾ ਆਪਣੀ ਮਾਇਆ ਦੀ ਖਿੱਚ ਰਵੇ ਤੇ ਨਾ ਹੀ ਦੂਸਰੀ ਦੀ ਮਾਇਆ ਦੀ ਝਾਕ ਰਵੇ। ਜਦੋਂ ਐਸੀ ਅਵਸਥਾ ਬਣ ਜਾਵੇ ਨਾ, ਤਬ ਜਾਏ ਜੋਤ ਉਜਾਰੋ ਲਹੈ, ਤਾਂ ਕਿਧਰੇ ਜਾ ਕੇ ਇਹ ਮਨੁੱਖ ਉਸ ਜਾਗਤ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਉਜਾਰੋ ਦਾ ਅਰਥ ਹੈ ਵੀ ਉਜਾਲਾ ਪ੍ਰਾਪਤ ਕਰਦੇ। ਇਹਦਾ ਮਤਲਬ ਇਹ ਹੈ ਆਪਣੀ ਮਾਇਆ ਦੀ ਵੀ ਭੁੱਖ ਖਤਮ ਹੋ ਜਾਵੇ ਤੇ ਪਰਾਈ ਮਾਇਆ ਦੀ ਵੀ ਇੱਛਾ ਜਦੋਂ ਸੜ ਜਾਵੇ ਤੇ ਫਿਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਇਸ ਨੂੰ ਪ੍ਰਾਪਤ ਹੁੰਦਾ ਹੈ। ਚੱਜਾ ਉਰਜ ਸੂਰਜ ਨਹੀਂ ਜਾਣਾ, ਰਹਿਓ ਝਚਕ ਨਾਹੀ ਪਰਵਾਨਾ। ਲੋ ਹੁਣ ਝੱਜਾ ਸਾਨੂੰ ਇਹ ਉਪਦੇਸ਼ ਦਿੰਦਾ ਹੈ ਵੀ ਹਰ ਮਨੁੱਖ ਉਰਜ ਉਹ ਪਰਿਵਾਰ ਦੇ ਮੋਹ ਦੇ ਵਿੱਚ ਮਾਇਆ ਦੇ ਜੰਜਾਲਾਂ ਦੇ ਵਿੱਚ ਫਸਿਆ ਹੋਇਆ ਹੈ। ਸੂਰਜ ਨਹੀਂ ਜਾਣਾ, ਪਰ ਉਹ ਇਹਦੇ ਵਿੱਚੋਂ ਸੁਲਝਣਾ ਨਹੀਂ ਜਾਣਦਾ। ਸੂਰਜ ਦਾ ਮਤਲਬ ਹੁੰਦਾ ਨਿਕਲਣਾ, ਭਾਵ ਅਸੀਂ ਸਾਰੇ ਜੰਜਾਲ ਦੇ ਵਿੱਚ ਫਸੇ ਤਾਂ ਹੋਏ ਹਾਂ, ਪਰ ਇਹਦੇ ਵਿੱਚੋਂ ਨਿਕਲਣਾ ਕੋਈ ਨਹੀਂ ਜਾਣਦਾ। ਰਹਿਓ ਝਜਕ ਨਾਹੀ ਪਰਵਾਨਾ। ਭਗਤ ਜੀ ਕਹਿੰਦੇ ਨੇ ਜਿਹੜਾ ਮਨੁੱਖ ਹੈ ਉਸ ਮਾਇਆ ਦੇ ਪ੍ਰਭਾਵ ਨੂੰ ਦੇਖ ਕੇ ਝਜਕ ਦਾ ਅਰਥ ਵੀ ਇਹ ਝਿਜਕ ਜਾਂਦਾ ਹੈ, ਠਠਿੰਬਰ ਜਾਂਦਾ ਹੈ, ਸਹਿਮ ਜਾਂਦਾ ਹੈ ਤੇ ਇਹ ਨਿਕਲ ਨਹੀਂ ਸਕਦਾ, ਨਾ ਹੀ ਪਰਵਾਨਾ। ਇਸੇ ਲਈ ਭਗਤ ਜੀ ਕਹਿੰਦੇ ਇਹ ਜਿਹੜਾ ਜੀਵ ਹੈ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਹੋਣ ਕਰਕੇ ਤੇ ਵਾਹਿਗੁਰੂ ਦੇ ਦਰ ਪ੍ਰਵਾਨ ਨਹੀਂ ਹੋ ਸਕਦਾ। ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਲੋ ਭਗਤ ਜੀ ਫਰਮਾਉਂਦੇ ਨੇ ਵੇਖ ਲੋ ਜਿਹੜਾ ਮਨੁੱਖ ਹੈ ਇਹ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਤੇ ਕਿਧਰੇ ਝਖ ਝਖ ਕੇ ਹੋਰਾਂ ਨੂੰ ਸਮਝਾਉਂਦਾ। ਭਾਵ ਜਦੋਂ ਵਡੇਰੀ ਉਮਰ ਹੋ ਜਾਂਦੀ ਹੈ ਤੇ ਕਈ ਬਜ਼ੁਰਗ ਤੇ ਫਿਰ ਉਹ ਘੂਰ ਕੇ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ, ਪੋਤਰਿਆਂ ਨੂੰ ਸਮਝਾਉਂਦੇ ਨੇ। ਕਦ ਝਕ ਝਕ ਔਰਨ ਸਮਝਾਵਾ। ਤੇ ਦੂਸਰਾ ਇਹਦਾ ਭਾਵ ਇਹ ਵੀ ਹੈ ਜਦੋਂ ਮਨੁੱਖ ਕੁਛ ਵਿਦਿਆ ਪ੍ਰਾਪਤ ਕਰ ਲੈਂਦਾ ਹੈ ਤੇ ਫਿਰ ਉਹ ਲੋਕਾਂ ਨੂੰ ਝਖਾ ਮਾਰ ਕੇ ਸਮਝਾਉਂਦਾ। ਜਿਹੜੇ ਬੜੇ ਪੰਡਤ ਨੇ, ਬੜੇ ਪ੍ਰਚਾਰਕ ਨੇ, ਉਹ ਸਟੇਜਾਂ ਤੇ ਉੱਚੀ ਬੋਲ ਕੇ ਝਖਾ ਮਾਰ ਕੇ ਹੋਰਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ। ਪਰ ਭਗਤ ਜੀ ਕਹਿੰਦੇ ਨੇ ਝਗਰ ਕੀਏ ਝਗਰੋ ਹੀ ਪਾਵਾ। ਜਿਹੜਾ ਭਾਈ ਕਿਸੇ ਨਾਲ ਝਗੜਾ ਕਰਦਾ ਹੈ, ਪੁਰਾਣੇ ਸਮੇਂ ਦੇ ਵਿੱਚ ਪੰਡਤ ਲੋਕ ਝਗੜਾ ਹੀ ਕਰਦੇ ਸਨ। ਜਿਹੜਾ ਬਹੁਤਾ ਪੜ੍ਹਿਆ ਹੁੰਦਾ ਸੀ ਉਹ ਦੂਸਰੇ ਨੂੰ ਜਾ ਕੇ ਕਹਿੰਦਾ ਸੀ ਮੇਰੇ ਨਾਲ ਚਰਚਾ ਕਰ ਤੇ ਨਹੀਂ ਹਾਰ ਮੰਨ, ਤੇ ਜਿਹੜਾ ਚਰਚਾ ਕਰਕੇ ਜਿੱਤ ਜਾਂਦਾ ਸੀ ਉਹ ਸਾਰੇ ਉਹਦੇ ਗ੍ਰੰਥ, ਸਾਰੀਆਂ ਪੁਸਤਕਾਂ ਉਹ ਖੋਹ ਕੇ ਲੈ ਜਾਂਦਾ ਸੀ। ਇਹੋ ਜਿਹੇ ਪੰਡਤ ਲੋਕ ਝਗੜੇ ਕਰਦੇ ਸਨ। ਲੋਕ ਭਗਤ ਜੀ ਕਹਿੰਦੇ ਨੇ ਜਿਹੜੇ ਪੰਡਤ ਲੋਕ ਨੇ ਉਹ ਝਖਾ ਮਾਰ ਕੇ ਹੋਰਾਂ ਨੂੰ ਸਮਝਾਉਂਦੇ ਨੇ, ਪਰ ਉਹ ਆਪਣੇ ਮਨ ਨੂੰ ਨਹੀਂ ਸਮਝਾ ਸਕਦੇ। ਜਿਹੜੇ ਲੋਕਾਂ ਨਾਲ ਝਗਰ ਕੀਏ ਝਗੜਾ ਕਰਦੇ ਨੇ, ਝਗਰੋ ਹੀ ਪਾਵਾ, ਉਹਨਾਂ ਨੇ ਝਗੜਾ ਹੀ ਆਪਣੀ ਗੱਲ ਪਾ ਲਿਆ
ਭਾਵ ਜਿਹੜੇ ਲੋਕਾਂ ਨਾਲ ਝਗੜਾ ਕਰਦੇ ਨੇ, ਬਹਿਸ ਮੁਬਾਹਿਸੇ ਕਰਦੇ ਨੇ, ਉਹਨਾਂ ਦੇ ਪੱਲੇ ਫਿਰ ਝਗੜਾ ਹੀ ਪੈਂਦਾ ਹੈ। ਕਹਿਤ ਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ। ਉਹ ਪੰਜ ਵਿਕਾਰਾਂ ਦੇ ਝਗੜੇ ਵਿੱਚ ਹੀ ਫਸੇ ਰਹਿੰਦੇ ਨੇ, ਸਾਰੀ ਉਮਰ ਨਹੀਂ ਨਿਕਲ ਸਕਦੇ, ਤੇ ਅੱਗੇ ਜਾ ਕੇ ਵੀ ਜਮਾਂ ਦਾ ਝਗੜਾ ਉਹਨਾਂ ਦੇ ਗਲ ਪੈ ਜਾਂਦਾ ਹੈ। ਇਸ ਲਈ ਜਿਹੜੇ ਲੋਕਾਂ ਨਾਲ ਝਗੜਾ ਕਰਦੇ ਨੇ ਤੇ ਫਿਰ ਉਹਨਾਂ ਦੇ ਗਲ ਝਗੜਾ ਹੀ ਪੈ ਜਾਂਦਾ ਹੈ। ਯਈਆ ਨਿਕਟ ਜੋ ਘਟ ਰਿਓ ਦੂਰ ਕਹਾਂ ਤਜ ਜਾ। ਲਓ ਨੰਨੇ ਅੱਖਰ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਹਨ। ਗੁਰਮੁਖੋ ਨੰਨਾ ਅੱਖਰ ਇਹ ਕਹਿ ਰਿਹਾ ਹੈ, ਨਿਕਟ ਜੋ ਘਟ ਰਹੇ ਹੋ, ਉਹ ਵਾਹਿਗੁਰੂ ਪਰਮੇਸ਼ਰ ਤੁਹਾਡੇ ਨੇੜੇ ਵਸ ਰਿਹਾ ਹੈ। ਨੇੜੇ ਕਿੱਥੇ ਵਸ ਰਿਹਾ ਹੈ? ਜੋ ਘਟ ਰਹੇ ਹੋ ਉਹ ਤੁਹਾਡੇ ਹਿਰਦੇ ਵਿੱਚ ਬੈਠ ਰਿਹਾ ਹੈ। ਦੂਰ ਕਹਾਂ ਤਾਂ ਜਾਏ, ਭਗਤ ਜੀ ਕਹਿੰਦੇ ਨੇ ਉਹਨੂੰ ਛੱਡ ਕੇ ਦੂਰ ਕਿਹੜੇ ਪਾਸੇ, ਦੂਰ ਕਿੱਧਰ ਜਾਂਦੇ ਹੋ? ਉਹ ਅਕਾਲ ਪੁਰਖ ਵਾਹਿਗੁਰੂ ਤਾਂ ਤੁਹਾਡੇ ਨੇੜੇ ਬੈਠਾ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਕਹਿ ਰਵਿਦਾਸ ਹਾਥ ਪੈ ਨੇੜੇ, ਉਹ ਹੱਥਾਂ ਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਤੇ ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਰ ਕਿਹੜੇ ਪਾਸੇ ਜਾਂਦੇ ਹੋ? ਜਾ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਿਸ ਵਾਹਿਗੁਰੂ ਦੀ ਭਾਲ ਵਾਸਤੇ ਅਸੀਂ ਸਾਰੇ ਸੰਸਾਰ ਨੂੰ ਢੂੰਡਿਆ ਸੀ, ਭਾਵ ਪਹਿਲਾਂ ਅਸੀਂ ਸਾਰੇ ਸੰਸਾਰ ਦੇ ਚੱਕਰ ਲਾਏ, ਤੀਰਥਾਂ ਦੀਆਂ ਯਾਤਰਾ ਕੀਤੀਆਂ, ਜੰਗਲਾਂ ਤੇ ਪਹਾੜਾਂ ਦੇ ਵਿੱਚ ਵੀ ਉਸ ਨੂੰ ਭਾਲਦੇ ਰਹੇ, ਪਰ ਕਿਧਰੇ ਵੀ ਸਾਨੂੰ ਰੱਬ ਨਹੀਂ ਮਿਲਿਆ। ਜਿਸ ਦੀ ਪ੍ਰਾਪਤੀ ਵਾਸਤੇ ਸਾਰੇ ਸੰਸਾਰ ਨੂੰ ਢੂੰਡਿਆ, ਸਾਰੇ ਸੰਸਾਰ ਨੂੰ ਭਾਲਿਆ, ਨੇਰੋ ਪਾਇਓ, ਤਾਂ ਹੀ ਜਦੋਂ ਪ੍ਰਾਪਤ ਕੀਤਾ ਤੇ ਨੇੜਿਓਂ ਹੀ ਉਹਨੂੰ ਪ੍ਰਾਪਤ ਕਰ ਲਿਆ। ਇਹਦਾ ਮਤਲਬ ਇਹ ਹੈ, ਜਦੋਂ ਕਿਸੇ ਨੂੰ ਪ੍ਰਮਾਤਮਾ ਮਿਲਦਾ ਬਾਹਰੋਂ ਨਹੀਂ, ਦੂਰੋਂ ਨਹੀਂ, ਅੰਦਰੋਂ ਹੀ ਪ੍ਰਾਪਤ ਹੁੰਦਾ ਹੈ। ਨੇਰੋ ਪਾਇਓ ਤਾਂ ਹੈ, ਉਹ ਅੰਦਰੋਂ ਹੀ ਪ੍ਰਮਾਤਮਾ ਹਰ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਬਾਬਾ ਫਰੀਦ ਜੀ ਨੇ ਬੜੀ ਲੰਬੀ ਤਪੱਸਿਆ ਕੀਤੀ, 48 ਸਾਲ ਤਪੱਸਿਆ ਕਰਦੇ ਰਹੇ, ਤੇ ਜਦੋਂ ਪ੍ਰਾਪਤੀ ਹੋਈ ਤੇ ਫਿਰ ਉਹਨਾਂ ਨੇ ਡੰਕੇ ਦੀ ਚੋਟ ਨਾਲ ਕਹਿ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। ਕਹਿੰਦੇ ਉਹ ਫਰੀਦ, ਉਹ ਪਰਮੇਸ਼ਰ ਦਾ ਤੇਰੇ ਹਿਰਦੇ ਵਿੱਚ ਵਸ ਰਿਹਾ ਸੀ, ਜੰਗਲ ਵਿੱਚ ਕਾਹਦੇ ਵਾਸਤੇ ਭਾਲਦਾ ਫਿਰਦਾ ਰਿਹਾ? ਉਹ ਪ੍ਰਮਾਤਮਾ ਕਿਸੇ ਨੂੰ ਬਾਹਰੋਂ ਨਹੀਂ, ਅੰਦਰੋਂ ਹੀ ਮਿਲਦਾ, ਦੂਰੋਂ ਨਹੀਂ, ਨੇੜਿਓਂ ਹੀ ਲੱਭਦਾ ਹੈ। ਇਸ ਲਈ ਉਸ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਉਹਦੀ ਖੋਜ ਕਰਨੀ ਚਾਹੀਦੀ ਹੈ। ਕਿਤੇ ਨਾ ਕਿਤੇ ਇਕਾਂਤ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਤੇ ਆਪਣੀ ਸੁਰਤ ਨੂੰ ਅੰਤਰਮੁਖ ਕਰੋ, ਤੇ ਫਿਰ ਅੰਦਰੋਂ ਉਸ ਪ੍ਰਮਾਤਮਾ ਦੀ ਝਲਕ ਮਿਲੇਗੀ, ਬਾਹਰੋਂ ਨਹੀਂ, ਨੇੜਿਓਂ ਉਹਨੇ ਆ ਕੇ ਸਾਨੂੰ ਮਿਲਣਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਭਗਤ ਕਬੀਰ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ 52 ਅੱਖਰੀ ਬਾਣੀ ਦੁਆਰਾ, ਤੇ ਆਪਾਂ ਇਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਬਾਕੀ ਰਹਿੰਦੀ ਵਿਚਾਰ ਫਿਰ ਆਪ ਸੰਗਤਾਂ ਨੇ ਕੱਲ ਨੂੰ ਸਰਵਣ ਕਰਨੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜਈਆ ਨਿਕਟ ਜੋ ਘਟ ਰਿਓ ਦੂਰ ਕਹਾਂ ਤਜ ਜਾਏ, ਜਾ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।